संयुक्त राष्ट्र संघ वालों 8 मार्च को इस्त्री दिवस वजों मानता है कि 1975 तो 85 तक के 10 बड़े औरतों के सर्वपक्षी विकास लिए अंतर्राष्ट्रीय दहाके वजों मनाए गए। जान कैसे सताते हैं लोग, दीनो ईमान क्यों भूल जाते हैं लोग। औरतों को बहुत सारे जड़े अपनी इच्छावां मारनियां पैंदियां है, घर चलाने, परिवार चलाने, अपने सुपने, अपने अधिकार, अपनियां जड़ियां इच्छावां ने उन्होंने कुर्बान करना पैंदा है अपने परिवार वास्ते। सच्ची औरतां बहुत अजीब होंदियां ने। नींद दी स्याही च अपने आप नूं डुबो के, नींद दी स्याही च अपने आप नूं डुबो के एक वही जही बनाउंदियां रहंदियां ने। सच्ची औरतां बहुत अजीब होंदियां ने। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ, ਜਿਸ ਵਿੱਚ ਅਲੱਗ-ਅਲੱਗ ਖੇਤਰ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਨੇ ਭਾਸ਼ਣ, ਕਵਿਤਾਵਾਂ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਅਕੈਡਮੀ ਵੱਲੋਂ ਇੱਕ ਪੱਟੀ ਜਿਹੜੀ ਘੱਟ ਲਾਉਂਗੇ ਤੁਹਾਨੂੰ ਵੀ ਆਈ ਹੈ। ਇਹਦੇ ਉੱਤੇ QR ਕੋਡ ਪਿਆ ਹੋਇਆ, ਤੁਸੀਂ ਜਦੋਂ ਆਪਣਾ ਮੋਬਾਈਲ ਉੱਤੇ ਕਰੋਗੇ ਤਾਂ ਇਹ ਬੋਲਣੀ ਸ਼ੁਰੂ ਕਰ ਦੇਗੀ। ਉਚਾਰਨ ਕਰੇ ਕਿਉਂਕਿ ਅਸੀਂ ਅੱਖਰ ਤਾਂ ਪੜ੍ਹ ਲੈਂਦੇ ਪਰ ਸਾਨੂੰ ਉਚਾਰਨ ਨਹੀਂ। मैं डॉक्टर शरणजीत परमार। ਹਾਂਜੀ ਮੈਮ ਜੀ, ਅੱਜ ਉਹ ਮਹਿਲਾ ਦਿਵਸ ਮਨਾਇਆ ਜਾ ਰਿਹਾ ਪੰਜਾਬੀ ਭਵਨ 'ਚ, ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ ਕਿ ਅਸੀਂ ਅੱਜ ਆਪਣਾ ਮਹਿਲਾ ਦਿਵਸ ਮਨਾ ਰਹੇ ਹਾਂ। ਐਕਚੁਅਲੀ ਮੈਂ ਗਵਰਨਮੈਂਟ ਕਾਲਜ ਤੋਂ ਪੜ੍ਹਾਉਂਦੀ ਹਾਂ ਉੱਥੇ, ਔਰ ਉੱਥੇ ਵੀ ਅਸੀਂ ਅੱਜ ਮਹਿਲਾ ਦਿਵਸ ਮਨਾਇਆ ਹੈ ਔਰ ਇੱਥੇ ਵੀ ਅਸੀਂ ਮਹਿਲਾ ਦਿਵਸ ਮਨਾ ਰਹੇ ਹਾਂ। ਬਹੁਤ ਅੱਛੇ ਜਿਹੜੀਆਂ ਕਵਿਤਰੀਆਂ ਨੇ ਸਾਡੀਆਂ, ਉਹ ਆਪਣੀ ਆਪਣੀ ਸੋਚ ਨੂੰ ਲੈ ਕੇ ਆਪਣੇ ਆਪਣੇ ਸੁਪਨਿਆਂ 'ਤੇ ਲਿਖੀਆਂ ਕਵਿਤਾਵਾਂ ਇੱਥੇ ਪੇਸ਼ ਕਰ ਰਹੇ ਨੇ ਤਾਂ ਬੜਾ ਅਸੀਂ ਇੰਜੋਏ ਕਰ ਰਹੇ ਹਾਂ। ਮੈਮ ਦੇਖਿਆ ਗਿਆ ਵੀ 8 ਮਾਰਚ ਨਿਰਧਾਰਿਤ ਕੀਤਾ ਗਿਆ ਹੈ ਇਹ ਮਹਿਲਾ ਦਿਵਸ ਹੈ ਜੀ, ਕੀ ਇਹ ਸਹੀ ਹੈ ਕਿ ਰੋਜ਼ ਮਹਿਲਾ ਦਿਵਸ ਹੀ ਹੁੰਦਾ ਕਿ 8 ਮਾਰਚ ਹੀ ਮਹਿਲਾ ਦਿਵਸ ਹੁੰਦਾ? ਨਹੀਂ, ਦੇਖੋ ਜਿਹੜੀ ਐਪਰੀਸੀਏਸ਼ਨ ਹੈ ਨਾ ਉਹ ਹਰੇਕ ਇਨਸਾਨ ਨੂੰ ਕਈ ਵਾਰੀ ਇੱਕ ਦਿਨ ਜਦੋਂ ਸ਼ਾਬਾਸ਼ ਦੇ ਦਿੰਦੇ ਆ ਨਾ ਮਾਂ-ਬਾਪ ਜਾਂ ਕੋਈ ਹੈ ਨਾ, ਤੇ ਉਹ ਦਿਨ ਤੁਹਾਡੇ ਲਈ ਸਪੈਸ਼ਲ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਦੇ ਹਾਂ ਕਿ ਯੈਸ ਔਰਤਾਂ ਵੀ ਬਹੁਤ ਕੁਝ ਸਮਾਜ ਵਿੱਚ ਕਰਦੀਆਂ ਨੇ ਤੇ ਉਹਨਾਂ ਦਾ ਇੱਕ ਖਾਸ ਦਿਨ ਮਨਾਉਂਦੇ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਬਟ ਦੇਖਿਆ ਜਾਵੇ ਰੋਜ਼ ਹੀ ਮੇਲਾ ਦਿਵਸ, ਮੇਲਾ ਤੋਂ ਬਿਨਾਂ ਕੋਈ ਕੰਮ ਹੋ ਹੀ ਨਹੀਂ ਸਕਦਾ। ਜੀ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਜੋ ਮਹਿਲਾ ਹੈ ਉਹਦੇ 'ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈ, ਆਪਣੇ ਪਰਿਵਾਰ ਦੀਆਂ ਵੀ, ਆਪਣੇ ਸੁਸਾਇਟੀ ਦੀਆਂ ਵੀ, ਹੈ ਨਾ, ਆਪਣੇ ਦੇਸ਼ ਪ੍ਰਤੀ ਵੀ ਬਹੁਤ ਸਾਰੇ ਫਰਜ਼ ਔਰਤ ਨੂੰ ਸ਼ੁਰੂ ਤੋਂ ਹੀ ਮਿਲੇ ਹੋਏ ਨੇ ਔਰ ਬਾਖੂਬੀ ਨਿਭਾ ਵੀ ਰਹੀਆਂ ਨੇ। ਔਰ ਇਸੇ ਤਰ੍ਹਾਂ ਹੀ ਅੱਗੋਂ ਤੋਂ ਵੀ ਬਹੁਤ ਜ਼ਿਆਦਾ ਤਰੱਕੀ 'ਤੇ ਰਹਿਣ ਮਹਿਲਾਵਾਂ ਔਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਔਰ ਆਪਣੇ ਸਮਾਜ ਨੂੰ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ 'ਤੇ ਇਹੀ ਸਾਡੀ ਸਭ ਦੇ ਲਈ ਜੋ ਹੈ ਪ੍ਰਾਰਥਨਾ ਹੈ ਰੱਬ ਦੀ। ਦੇਖੋ ਜੀ, ਮਹਿਲਾ ਦਿਵਸ ਅੱਜ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਇਸ ਦਿਨ ਦੇ ਉੱਤੇ ਔਰਤਾਂ ਦੀ ਜਾਗਰਤੀ ਦੀ ਗੱਲ ਕਰਨਾ ਬਹੁਤ ਜ਼ਰੂਰੀ ਹੈ। ਭਾਵੇਂ ਸਾਡਾ ਸਮਾਜ ਬਹੁਤ ਤਰੱਕੀ ਕਰ ਗਿਆ, ਦੁਨੀਆ ਭਰ ਦੇ ਵਿੱਚ ਔਰਤਾਂ ਨੇ ਬਹੁਤ ਮੱਲਾਂ ਮਾਰੀਆਂ ਨੇ, ਬਹੁਤ ਅੱਗੇ ਵਧ ਰਹੀਆਂ ਨੇ ਔਰਤਾਂ, ਲੇਕਿਨ ਇਸ ਦੇ ਬਾਵਜੂਦ ਬਹੁਤ ਸਾਰੇ ਇਲਾਕੇ ਅਜੇ ਵੀ ਇਸ ਤਰ੍ਹਾਂ ਦੇ ਨੇ ਜਿਹਦੇ ਵਿੱਚ ਔਰਤਾਂ ਜਿਹੜੀਆਂ ਅਜੇ ਵੀ ਪਛੜੀਆਂ ਹੁੰਦੀਆਂ ਨੇ, ਉਹਨਾਂ ਦੇ ਅਧਿਕਾਰ ਨਹੀਂ ਮਿਲ ਰਹੇ, ਉਹਨਾਂ ਨੂੰ ਆਜ਼ਾਦੀ ਨਹੀਂ ਮਿਲ ਰਹੀ ਜਿਹੜੀਆਂ ਉਹ ਹੱਕਦਾਰ ਨੇ। ਕਿਉਂਕਿ ਜਿੰਨਾ ਚਿਰ ਅਸੀਂ ਔਰਤ ਨੂੰ ਇੱਕ ਵਿਅਕਤੀ ਦਾ ਦਰਜਾ ਨਹੀਂ ਦਿੰਦੇ, ਸਾਰੇ ਵਿਅਕਤੀਆਂ ਨੂੰ ਇੱਕੋ ਜਿਹਾ ਨਹੀਂ ਸਮਝਦੇ, ਜਿਹੜਾ ਇਸ ਤਰ੍ਹਾਂ ਦਾ ਜਿਹੜਾ ਉਹ ਅਸੀਂ ਬਜ਼ਾਇਗੀ ਕਰਦੇ ਹਾਂ ਸਿਰਫ ਇਸ ਕਰਕੇ ਕਿ ਇਹ ਔਰਤ ਹੈ, ਇਹ ਮਰਦ ਹੈ, ਇਹ ਜਿੰਨਾ ਚਿਰ ਸਮਾਜ ਦੇ ਵਿੱਚ ਖਤਮ ਨਹੀਂ ਹੁੰਦਾ ਉਨਾ ਚਿਰ ਜਿਹੜਾ ਇਹ ਸਮਾਜ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਆਪਾਂ ਇਹ ਸਮਝਦੇ ਹਾਂ ਕਿ ਜਿੰਨੀਆਂ ਵੱਧ ਔਰਤਾਂ ਪੜ੍ਹੀਆਂ ਲਿਖੀਆਂ ਹੋਣਗੀਆਂ, ਜਿੰਨੀਆਂ ਜਾਗਰੂਕ ਹੋਣਗੀਆਂ, ਜਿੰਨੀਆਂ ਹੋਰ ਅੱਗੇ ਵਧਣਗੀਆਂ, ਉਨਾ ਹੀ ਸਾਡਾ ਸਮਾਜ ਵਧੇਰੇ ਤਰੱਕੀ ਕਰੂਗਾ। ਇਸ ਆਸ਼ੇ ਨੂੰ ਮੁੱਖ ਰੱਖਦੇ ਅਸੀਂ ਅੱਜ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਖੇ ਵੀ ਜਿਹੜਾ ਇਹ ਦਿਨ ਮਨਾਇਆ, ਜਿਹਦੇ ਵਿੱਚ ਜਿਹੜਾ ਉਹ ਨੀਰੂ ਕਪੂਰ ਹੋਰਾਂ ਨੇ ਜਿਹੜਾ ਉਹ ਭਾਸ਼ਣ ਕੀਤਾ ਔਰ ਇਸ ਦੇ ਨਾਲ ਬਹੁਤ ਸਾਰੀਆਂ ਇਸਤਰੀ ਕਵੀਆਂ ਨੇ ਉਹਦੇ ਵਿੱਚ ਭਾਗ ਲਿਆ ਔਰ ਲੋਕਾਂ ਨੂੰ ਜਿਹੜੀਆਂ ਆਪਣੀਆਂ ਕਵਿਤਾਵਾਂ ਸੁਣਾਈਆਂ, ਆਪਣੇ ਬਲਬਲੇ ਸਾਂਝੇ ਕੀਤੇ ਦਰਸ਼ਕਾਂ ਨਾਲ। ਨਰਸਰੀ ਐਂਡ ਗਾਰਡਨ ਸੈਂਟਰ ਪੂਰੀ ਸਫਲਤਾ ਨਾਲ ਚਲਾ ਰਹੇ ਨੇ ਔਰ ਉਹਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੋਇਆ ਸਿਰਫ ਦੇਸ਼ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਇਸ ਜਿਹੜੀ ਹੈ ਟੈਕਨੋ ਕੇਅਰ ਨਰਸਰੀ ਐਂਡ ਗਾਰਡਨ ਸੈਂਟਰ ਦਾ ਨਾਮ ਹੈ। ਆਪ ਜੀ ਨਾਮਵਰ ਸੋਸ਼ਲ ਐਕਟਿਵਿਸਟ ਨੇ। ਜਿੱਥੋਂ ਸੋਸ਼ਲ ਐਕਟਿਵਿਸਟ ਦੀ ਗੱਲ ਆਈ ਤਾਂ ਇਹਨਾਂ ਦੇ ਬੜੇ ਸਾਰੇ ਖੇਤਰ ਨੇ ਜਿਹਦੇ ਵਿੱਚ ਜਾ ਕੇ ਆਪਣੀਆਂ ਸਮਾਜਿਕ ਸੇਵਾਵਾਂ ਦੇ ਰਹੇ ਨੇ ਔਰ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਬਹੁਤ ਹੀ ਵੱਡੀਆਂ ਸੇਵਾਵਾਂ ਨੇ। ਉਦਾਹਰਨ ਦੇ ਤੌਰ 'ਤੇ ਮੈਡਮ ਨੀਲਮ ਕਪੂਰ ਜੀ ਵਿਦਿਆਰਥੀਆਂ ਅਤੇ ਹੋਰ ਸੰਸਥਾਵਾਂ ਲਈ
ਵਾਤਾਵਰਨ ਅਤੇ ਪੌਦਿਆਂ ਨਾਲ ਸੰਬੰਧਿਤ ਮੁਫਤ ਜਿਹੜੀਆਂ ਨੇ ਉਹ ਵਰਕਸ਼ਾਪਸ ਲਗਾਉਂਦੇ ਨੇ, ਔਰ ਜਿਹਦੇ ਵਿੱਚ ਬੱਚੇ ਕਿਸ ਤਰ੍ਹਾਂ ਵਾਤਾਵਰਨ ਨੂੰ ਸੰਭਾਲ ਕਰਨਾ ਹੈ, ਕਿਸ ਤਰ੍ਹਾਂ ਨਰਸਰੀ ਦੇ ਪੌਦਿਆਂ ਨੂੰ ਉਦੋਂ ਤੁਸੀਂ ਉਹਨੂੰ ਡਿਵੈਲਪਮੈਂਟ ਕਰਨੀ ਹੈ, ਬਹੁਤ ਹੀ ਉਹਨਾਂ ਦੇ ਹੁਨਰ ਦਾ ਵਿਕਾਸ ਕਰਦੇ ਆ। ਤੇ ਪਿਛਲੇ 2.5 ਦਹਾਕਿਆਂ ਤੋਂ ਸੁਸਾਇਟੀ ਫਾਰ ਦਾ ਪ੍ਰਮੋਸ਼ਨ ਆਫ ਮਿਊਜ਼ਿਕ ਐਂਡ ਕਲਚਰ ਮੰਗੈਸਟ ਯੂਥ ਨਾਲ ਮਿਲ ਕੇ ਭਾਰਤੀ ਕਲਾਸੀਕਲ ਸੰਗੀਤ ਅਤੇ ਸੱਭਿਆਚਾਰ ਦੇ ਨਿਰੰਤਰ ਵਿਕਾਸ ਲਈ ਯਤਨਸ਼ੀਲ ਜਾਂਦੇ ਨੇ। ਇਸ ਤੋਂ ਇਲਾਵਾ ਮੰਡਲ ਤੇ ਮੈਡਮ ਨੀਲਮ ਕਪੂਰ ਜੀ, ਜਿਨ੍ਹਾਂ ਨੇ ਅੱਜ ਤੁਹਾਡੇ ਰੂਬਰੂ ਕੁਝ ਗੱਲਾਂ ਕਰਨੀਆਂ ਨੇ, ਉਹ ਗੱਲਾਂ ਜਿਨ੍ਹਾਂ ਨੂੰ ਸੁਣਨ ਲਈ ਔਰਤਾਂ ਸਾਰਾ ਸਾਲ ਉਡੀਕਦੀਆਂ ਰਹਿੰਦੀਆਂ ਕਿ ਕਦੋਂ 8 ਮਾਰਚ अच्छे तरीके के नाल बहुत सोहने शब्दों के नाल मेरी इंट्रोडक्शन कराई है। मैंने तो लगता भी नहीं भी मैं इतना डिजर्व करती हाँ, तो मैनू इस गल का बहुत मान है कि अज एक ऐसे वैन्यू के उत्ते तुसी मैनू बुलाया है एड्रैस करने लई। मैनू तो इस तरह लग रहा है कि इत्थे बैठे सब लोग मेरे तो ज़्यादा क्वालिफाइड ने, मेरे तो ज़्यादा नॉलेजेबल है, तो हो सकता है मेरे को बहुत ज़्यादा जानते समझते भी हैं। मैनू मान महसूस हो रहा है कि मैनू मौका मिल रहा है तुहाडे सब दे नाल अपने तजर्बे शेयर करने का। मैं कोई बहुत लेक्चर टाइप नहीं देना चाह रही, मैं सिर्फ अपनी ज़िंदगी दे कोर्स ऑफ माई लाइफ जेड़े मेरी पंजाबी भी उन्नी ज़्यादा अच्छी नहीं है, प्लीज़ एक्सक्यूज़ मी, जिन नॉर्मल जेड़ी कॉन्वरसेशन वाली पंजाबी दे विच मैं तुहाडे नाल थोड़े जे अपने विचार और एक्सपीरियंसिस शेयर करना चाहांगी। रामगढ़िया गर्ल्स कॉलेज की लड़कियों को देख के मैनू बड़ी खुशी हुई है, क्योंकि स्पिकमैके मिल के जे एक जिंदगी भी जिंदगी च बदलीए तो असी पूरा हिंदुस्तान बदल सकते। That's all that I need to share with you, my life experiences. I hope I succeeded. 10 लाख रुपए तक कंपनसेशन मिलती है। एसिड अटैक विक्टिम जेड़े ने किसी लड़की ते किसी ने लड़के ने एसिड सुट दिता तो उन्होंने सर्जरी तक का खर्चा जोड़ा है वो कोर्ट वालों दिता जाता है, डिस्ट्रिक्ट लीगल सर्विसेज अथॉरिटी वालों दिता जाता है। औरतों को बहुत सारे जड़े अपनी इच्छावां मारनियां पैंदियां है, घर चलाने लई, परिवार चलाने लई, अपने सुपने, अपने अधिकार, अपनियां जड़ियां इच्छावां ने उन्होंने कुर्बान करना पैंदा है अपने परिवार वास्ते। जे औरतां समाज की तरक्की विच अपना कॉन्ट्रीब्यूशन करन तां इंडिया की जिहड़ी GDP है 3 गुना बढ़ सकती है। बहुत सारिया असी कहते हैं कि अज सिर्फ 8 मार्च जिहड़ा है वो वूमेन डे है। वूमेन डे नूं वूमेन ही सैलीब्रेट कर रही है। वूमेन डे आदमियों को सैलीब्रेट करना चाहिए है कि अज असी एक प्रतिज्ञा करते हैं कि असी औरतों को समाज में की स्थान देना, की रिस्पैक्ट देनी है, किस तरह उन्होंने ट्रीट करना है, किस तरह उन्होंने डोमैस्टिक वायलेंस का शिकार होने तो बचाना है। जीना जे गुनाह है, चुपचाप जीना जे गुनाह है, खामोश हो जाना जे गुनाह है, जबर नूं जर जाना जे गुनाह है, सबर दा पल्ला फड़ना जे गुनाह है, रब दी रज़ा विच रहना जे गुनाह है, और होना जे मेरा गुनाह है तो मैं इकबाले जुर्म करदी हाँ कि ये सारे गुनाह मैं कीते ने। ये मेरी मूक बगावत दा ही रूप ने, जमाने नाल रोसे ने, अपने प्रति शिकवे ने, चुप जुबान नाल दिते ने होरे ने, बेमानी रिश्तियां ने खिलाफ मेरे प्रचंड रोह दी शांत रहिंदी धारा ने, दर्द दा समुंदर ने, अणबुझी प्यास दी सरसरांदी खलश ने, अंदरों अंदरी दबे हौके ने, चुप दी एकांतमई गुफा विच बैठ के कीता गया मन ने, मन दी सादगिरी है, रूह दी फकीरी है, अखां दियां कोरां ते टपकदे हंझू ने। समाज के भ्रिष्ट वतीरे प्रति मेरी खामोश टिप्पणी है, अन्य कानून नूं कटहरे च खड़ा करन दी जुरत है, बेलगाम प्रशासन नूं जगाउण लई बुलंद नारा है, सुत्तियां होईयां ज़मीरां नूं जगाउण लई हलूणा है, अंदर दे दर्द नूं महसूस करन लई एक होका है, पराई पीड़ नूं जानन दा एक मौका है तां जो समा रहिंदिआं तुसीं सारे सच की पहचान कर सको ਅਤੇ ਕਿਸੇ ਨਿਮਾਣੀ ਜਿੰਦ ਨੂੰ ਮੁੜ ਅਜਿਹੇ ਗੁਨਾਹ ਕਰਨ ਦੀ ਲੋੜ ਨਾ ਪਵੇ ਅਤੇ ਉਹ ਜ਼ਿੰਦਗੀ ਜਿਉ ਸਕੇ ਸਹਿਜ ਨਾਲ। ਰੱਬ ਨੇ ਮੈਨੂੰ ਬੇਹੱਦ ਚੰਗੀ ਨੂਰਾਨੀ ਜਿਸ ਨੂੰ ਮੈਂ ਧੀ ਕਰਕੇ ਜਾਣਿਆ। ਸੋਚਦੀ ਹਾਂ ਵਕਤ ਬਦਲ ਰਿਹਾ, ਸ਼ਾਇਦ ਜ਼ਮਾਨਾ ਆ ਜਾਵੇ ਐਸਾ ਕਿ ਇਸ ਪਵਿੱਤਰ ਜਿਹੇ ਰਿਸ਼ਤੇ ਵਿੱਚ ਮੁਹੱਬਤ ਤੇ ਆਪਣਤ ਦਾ ਮੀਂਹ ਵਰਸੇ।
ਨੂੰਹਾਂ ਧੀਆਂ ਬਣ ਜਾਣ ਤੇ ਸੱਸਾਂ ਮਾਵਾਂ ਘਰ ਸਵਰਗ ਬਣ ਜਾਵਣ, ਮਨ ਖਿੜ ਜਾਵਣ। ਪੁੱਤ ਨੂੰ ਸੱਸ ਸਹੁਰੇ ਦੇ ਰਿਸ਼ਤੇ ਦੀ ਇਹ ਪ੍ਰੀਤਮਈ ਡੋਰ ਜਦ ਕਿਸੇ ਸੁਚੱਜੀ ਨਾਰ ਦੇ ਹੱਥ ਆਵੇ ਤਾਂ ਘਰ ਦਾ ਰੰਗ ਢੰਗ ਹੀ ਬਦਲ ਜਾਵੇ। ਮੈਂ ਇਸ ਰਿਸ਼ਤੇ ਨੂੰ ਸੱਚ ਕਰਕੇ ਜਾਣਿਆ, ਨੂੰਹ ਰਾਣੀ ਨੂੰ ਧੀ ਕਰਕੇ ਮੰਨਿਆ, ਇਸ ਰਿਸ਼ਤੇ ਨੂੰ ਰੱਜ ਕੇ ਮਾਣਿਆ। ਜਿਸ ਦਿਨ ਤੋਂ ਮੇਰੇ ਘਰ ਦੀ ਦਹਲੀਜ਼ ਟੱਪ ਕੇ ਆਈ ਮੇਰੀ ਨੂੰਹ ਰਾਣੀ, ਬਦਲ ਦਿੱਤੀ ਉਸ ਕੁੜੀ ਨੇ ਮੇਰੇ ਘਰ ਦੀ ਤਕਦੀਰ ਤੇ ਨਹਾਰ। ਬੇਮਿਸਾਲ ਜਿਹੀ ਉਹ ਕੁੜੀ ਬਣ ਮੇਰੇ ਸ਼ਰਮ ਦੀ ਜ਼ਿੰਦਗੀ, ਮੇਰੇ ਆਰਫ ਦੀ ਮੰਮਾ, ਮੇਰੇ ਘਰ ਦੀ ਗੀਹਨ ਬਣ ਕੇ ਵਿਚਰਦੀ। ਰੁਸ਼ਨਾ ਦਿੱਤਾ ਮੇਰੀ ਕਰਨਾ ਨੇ ਮੇਰੇ ਘਰ ਦਾ। ਇਮੋਸ਼ਨਲ ਪੱਖ ਸਾਂਝਾ ਨਹੀਂ ਕਰੂੰਗੀ, ਪਰ ਮੈਂ ਕੁਝ ਸਮਾਂ ਪਹਿਲਾਂ ਇੱਕ ਕਹਿ ਲਓ ਮਰਦ ਪ੍ਰਧਾਨ ਸਮਾਜ ਦੇ ਵਿੱਚ ਹੀ ਕੁਝ ਕੁ ਜਾਣਿਆਂ ਨੂੰ ਗੱਲਾਂ ਕਰਦਿਆਂ ਸੁਣਿਆ ਤੇ ਜਿਹਦੇ ਬੋਲ ਮੇਰੇ ਕੰਨਾਂ 'ਚ ਪਏ ਕਿ ਔਰਤਾਂ ਬੜੀਆਂ ਅਜੀਬ ਹੁੰਦੀਆਂ ਨੇ। ਕਦੀ ਕੋਈ ਗੱਲ ਸਮਝ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਹੀ ਪਲ 'ਚ ਹੀ ਕੋਈ ਹੋਰ ਗੱਲ ਕਰਨ ਲੱਗ ਜਾਂਦੀ, ਉਹਨਾਂ ਨੂੰ ਜਲਦੀ ਸਮਝ ਨਹੀਂ ਆਉਂਦੀ। ਉਦੋਂ ਮੈਨੂੰ ਲੱਗਿਆ ਕਿ ਅਸੀਂ ਜਿੰਨਾ ਮਰਜ਼ੀ ਪੜ੍ਹ ਜਾਈਏ, ਕਰ ਜਾਈਏ, ਅਸੀਂ ਗੱਡੀ ਚਲਾਉਣੀ ਸਿੱਖ ਲਈਏ ਤਾਂ ਵੀ ਜੇ ਕਿਸੇ ਦੀ ਗਲਤੀ ਹੈ ਤੇ ਟੱਕਰ ਹੋ ਜਾਵੇ ਤਾਂ ਵੀ ਔਰਤਾਂ ਨੂੰ ਤਾਂ ਗੱਡੀ ਦੇਣੀ ਹੀ ਨਹੀਂ ਚਾਹੀਦੀ, ਔਰਤਾਂ ਨੂੰ ਤਾਂ ਗੱਡੀ ਚਲਾਉਣੀ ਨਹੀਂ ਆਉਂਦੀ। ਚਲੋ ਇੱਦਾਂ ਦੀਆਂ ਹੋਰ ਕਈ ਉਦਾਹਰਨਾਂ ਨੇ, ਪਰ ਅਸੀਂ ਆਪਣੀ ਰੂਟੀਨ ਲਾਈਫ 'ਚ ਜਦੋਂ ਦੇਖਦੇ ਹਾਂ ਕਿ ਜਦੋਂ ਅਸੀਂ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਔਰਤਾਂ ਅਜੀਬ ਹੁੰਦੀਆਂ ਨੇ ਜਾਂ ਇਹਨਾਂ ਨੂੰ ਅਕਲ ਥੋੜ੍ਹੀ ਹੁੰਦੀ ਹੈ। ਉਸ ਅਜੀਬ ਜੇ ਕੁਝ ਪਲ ਮੈਂ ਕੋਈ ਕਵਿਤਰੀ ਨਹੀਂ, ਬਸ ਵੈਸੇ ਹੀ ਉਸ ਟਾਈਮ ਜਿਵੇਂ ਭਾਵ ਆਉਂਦੇ ਨੇ ਉਸ ਟਾਈਮ ਕੁਝ ਮੈਂ ਲਿਖ ਲਿਆ ਤੇ ਉਹਦੇ ਲਈ ਮੈਂ ਉਹ ਬੋਲ ਰਹੀ ਹਾਂ। ਮੈਂ ਦੇਖ ਕੇ ਬੋਲੂੰਗੀ। ਸੱਚੀ ਔਰਤਾਂ ਬਹੁਤ ਅਜੀਬ ਹੁੰਦੀਆਂ ਨੇ, ਸੱਚੀ ਔਰਤਾਂ ਬਹੁਤ ਅਜੀਬ ਹੁੰਦੀਆਂ ਨੇ। ਨੀਂਦ ਦੀ ਸਿਆਹੀ 'ਚ ਆਪਣੇ ਆਪ ਨੂੰ ਡੁਬੋ ਕੇ, ਨੀਂਦ ਦੀ ਸਿਆਹੀ 'ਚ ਆਪਣੇ ਆਪ ਨੂੰ ਡੁਬੋ ਕੇ ਇੱਕ ਵਹੀ ਜਿਹੀ ਬਣਾਉਂਦੀਆਂ ਰਹਿੰਦੀਆਂ ਨੇ। ਸੱਚੀ ਔਰਤਾਂ ਬਹੁਤ ਅਜੀਬ ਹੁੰਦੀਆਂ ਨੇ। ਕੁਛ ਨਾ ਕੁਛ ਉਹ ਭਾਲਦੀਆਂ ਰਹਿੰਦੀਆਂ ਨੇ, ਸ਼ਾਇਦ ਪਤੀ ਦੇ ਜਜ਼ਬਾਤਾਂ ਨੂੰ ਜਾਂ ਬੱਚਿਆਂ ਦੇ ਭਵਿੱਖ ਨੂੰ, ਤੇ ਸਵੇਰ ਹੁੰਦਿਆਂ ਹੀ ਆਪਣੀ ਅਧੂਰੀ ਨੀਂਦ ਵਿੱਚ ਭੱਜਦੀਆਂ ਰਹਿੰਦੀਆਂ ਨੇ। ਸੱਚੀ ਔਰਤਾਂ ਬਹੁਤ ਅਜੀਬ ਹੁੰਦੀਆਂ ਨੇ। ਘਰ ਦੇ ਬੂਟਿਆਂ ਨੂੰ ਮਹਿਕਾ ਦਿੰਦੀਆਂ ਨੇ। ਘਰ ਦੇ ਬੂਟੇ ਤੁਸੀਂ ਸਮਝ ਹੀ ਗਏ ਹੋਵੋਗੇ ਕਿਹੜੇ, ਬੱਚੇ। ਟਿਫਨ 'ਚ ਨਵੇਂ ਸਵਾਦ ਦਿੰਦੀਆਂ ਨੇ, ਘਰ ਦੇ ਬੂਟਿਆਂ ਨੂੰ ਮਹਿਕਾ ਦਿੰਦੀਆਂ ਨੇ। ਖੋਰੇ ਆਪਣੇ ਮਨ ਵਿੱਚ ਅਸੀਸਾਂ ਨੂੰ ਤਿਆਰ ਕਰਦੀਆਂ ਰਹਿੰਦੀਆਂ ਨੇ। ਔਰਤਾਂ ਸੱਚਮੁੱਚ ਹੀ ਬਹੁਤ ਅਜੀਬ ਹੁੰਦੀਆਂ ਨੇ। ਆਪਣੇ ਗਮਾਂ ਦੇ ਸੁਰਾਂ ਨੂੰ ਭੁਲਾ ਦਿੰਦੀਆਂ ਨੇ, ਆਪਣੇ ਗਮਾਂ ਦੇ ਸੁਰਾਂ ਨੂੰ ਭੁਲਾ ਦਿੰਦੀਆਂ ਨੇ। ਨਿੱਕੇ ਨਿੱਕੇ ਸੁਰਾਂ ਨੂੰ ਆਵਾਜ਼ ਦਿੰਦੀਆਂ ਨੇ। ਹਰ ਇੱਕ ਰਿਸ਼ਤੇ ਨੂੰ ਤਾਲ ਦੇਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ। ਸ਼ਾਇਦ ਸਾਰਿਆਂ ਦੇ ਨੇੜੇ ਹੁੰਦਿਆਂ ਹੋਇਆਂ ਵੀ ਆਪਣੇ ਕੋਲੋਂ ਬਹੁਤ ਦੂਰ ਹੁੰਦੀਆਂ ਨੇ ਔਰਤਾਂ। ਸ਼ਾਇਦ ਇਸੇ ਲਈ ਅਜੀਬ ਹੁੰਦੀਆਂ ਨੇ ਔਰਤਾਂ। ਸੱਚੀ ਔਰਤਾਂ ਬਹੁਤ ਅਜੀਬ ਹੁੰਦੀਆਂ ਨੇ। ਸਹਿਮੇ ਦਿਲਾਂ ਨੂੰ ਆਤਮ ਵਿਸ਼ਵਾਸ ਨਾਲ ਭਰਨ ਵਾਲੀਆਂ, ਸਹਿਮੇ ਦਿਲਾਂ ਨੂੰ ਆਤਮ ਵਿਸ਼ਵਾਸ ਨਾਲ ਭਰਨ ਵਾਲੀਆਂ, ਨਿੱਕੇ ਕੰਬਦੇ ਹੱਥਾਂ ਨੂੰ ਮਜ਼ਬੂਤੀ ਦੇਣ ਵਾਲੀਆਂ, ਖਾਲੀ ਅੱਖਾਂ ਵਿੱਚ ਸੁਪਨੇ ਸਜਾਉਣ ਵਾਲੀਆਂ, ਆਪਣੇ ਖ਼ਵਾਬਾਂ ਨੂੰ ਵਿਸ਼ਰਾਮ ਦੇ ਕੇ, ਆਪਣੇ ਖ਼ਵਾਬਾਂ ਨੂੰ ਵਿਸ਼ਰਾਮ ਦੇ ਕੇ ਦੂਸਰਿਆਂ ਦੇ ਖ਼ਵਾਬਾਂ ਨੂੰ ਅੰਜਾਮ ਦੇਣ ਵਿੱਚ ਮਸ਼ਰੂਫ ਰਹਿੰਦੀਆਂ ਨੇ ਔਰਤਾਂ। ਸ਼ਾਇਦ ਇਸੇ ਕਰਕੇ ਬਹੁਤ ਅਜੀਬ ਹੁੰਦੀਆਂ ਨੇ ਔਰਤਾਂ। ਵੱਡਿਆਂ ਨੂੰ ਸਤਿਕਾਰ ਦੇਣ ਵਾਲੀਆਂ, ਬੱਚਿਆਂ ਨਾਲ ਬੱਚਾ ਬਣਨ ਵਾਲੀਆਂ, ਕਿਤੇ ਬੱਚਿਆਂ ਦੇ ਬਚਪਨ 'ਚ ਆਪਣੇ ਬਚਪਨ ਨੂੰ ਟਟੋਲਦੀਆਂ ਰਹਿੰਦੀਆਂ ਨੇ। ਸ਼ਾਇਦ ਇਸੇ ਕਰਕੇ ਅਜੀਬ ਹੁੰਦੀਆਂ ਨੇ ਔਰਤਾਂ। ਬੇਪਰਵਾਹ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ, ਪਲ ਪਲ ਸਿਖਾਉਣ ਵਾਲੀਆਂ ਤੇ ਹਰ ਪਲ ਸਿੱਖਣ ਦੀ ਤਾਂਘ ਰੱਖਣ ਵਾਲੀਆਂ। ਸੱਚੀ ਔਰਤਾਂ ਬਹੁਤ ਅਜੀਬ ਹੁੰਦੀਆਂ ਨੇ। ਰਿਸ਼ਤਿਆਂ ਦੀ ਤਕੜੀ ਨੂੰ ਬਰਾਬਰ ਕਰਦਿਆਂ ਕਰਦਿਆਂ, ਰਿਸ਼ਤਿਆਂ ਦੀ ਤਕੜੀ ਨੂੰ ਬਰਾਬਰ ਕਰਦਿਆਂ ਕਰਦਿਆਂ ਆਪਣੇ ਖ਼ਵਾਬਾਂ ਨੂੰ ਪੂਰਾ ਹੋਣ ਦੀ ਆਸ ਵਿੱਚ ਚਿਹਰੇ 'ਤੇ ਮੁਸਕਾਨ ਲਿਆਉਂਦੀਆਂ ਰਹਿੰਦੀਆਂ ਨੇ ਔਰਤਾਂ। ਸ਼ਾਇਦ ਮੈਂ ਵੀ ਬਹੁਤ ਅਜੀਬ ਹਾਂ ਕਿਉਂਕਿ ਮੈਂ ਇੱਕ ਔਰਤ ਹਾਂ। ਸ਼ਾਇਦ ਮੈਂ ਵੀ ਬਹੁਤ ਅਜੀਬ ਹਾਂ ਕਿਉਂ ਜੋ ਮੈਂ ਇੱਕ ਔਰਤ ਦਾ ਹੀ ਰੂਪ ਹਾਂ। ਸ਼ਾਇਦ दीनों ईमान क्यों भूल जाते हैं लोग, जान क्यों जान कैसे सताते हैं लोग, दीनों ईमान क्यों भूल
फूल है ये क्या घरों का जाला है, क्या ये घरों का जाला है। थैंक यू। मेरी बेटियां जो मैं उन्होंने काफ़ी मोटिवेट किया, तो मेरी मोटिवेशन का असर देखो। एक ਨੂੰ बेटी हुई 13 तरीक ਨੂੰ उन्होंने लोहड़ी मना ली, मतलब कि ਧੀਆਂ ਦੀ ਲੋਹੜੀ उन्होंने कर ली। मतलब इन्ने खुश ने ਹੁਣ ਉਹ बेटी सब ਦੀ जान है। ਤੇ ਮੈਂ ਕਹਿੰਦੀ ਆ ਵੀ ਬੇਟੀਆਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਅਸੀਂ ਘੱਟ ਹੈ ਕਿਉਂ ਬਈ? ਮੈਂ ਮੇਰੇ ਮੰਮਾ ਹਸਪੀਟਲ ਐਡਮਿਟ ਸੀ ਅਪੋਲੋ ਹਸਪੀਟਲ, ਤੇ ਚਲੋ ਮੈਂ ਡਾਕਟਰ ਜੋ ਕਹਿ ਰਹੇ ਸੀ ਵੀ ਆ ਕਰ ਲਓ ਮੈਨੂੰ ਸਮਝ ਆ ਰਿਹਾ ਸੀਗਾ, ਠੀਕ ਹੈ। ਉਹਨਾਂ ਨੇ ਮੈਨੂੰ ਪੁੱਛਿਆ ਵੀ ਇਹ ਬੇਟੀ ਵੀ ਜ਼ਿਆਦਾ ਵੀ ਇਹਨੂੰ ਸਾਰਾ ਪਤਾ ਹੈ, ਮੈਡੀਸਿਨ ਦਾ ਪਤਾ ਹੈ, ਐਂਟੀਬਾਇਓਟਿਕ ਸਾਰਾ ਕੁਝ ਪਤਾ ਹੈ, ਤੇ ਬੇਟੇ ਤੂੰ ਵੀ ਕੀਤਾ ਕੀ ਹੈ? ਮੈਂ ਕਿਹਾ ਜੀ ਮੈਂ BA ਕੀਤੀ ਹੈ, B.Ed ਕੀਤੀ ਹੈ, MA ਕੀਤੀ ਹੈ, M.Ed ਕੀਤੀ ਹੈ, M.Phil ਕੀਤੀ ਹੈ, PhD ਕਰ ਰਹੀ ਹਾਂ। ਤੇ ਉਹ ਕਹਿੰਦੇ ਇੱਕ ਮਿੰਟ MA ਡਿਗਰੀ ਦਾ ਸਾਡੇ ਕੋਲ ਵੀ ਨਹੀਂ ਆ। ਬੇਟੀਆਂ ਕਹਿੰਦੇ ਵਾਓ ਤੁਸੀਂ ਤਾਂ ਬਹੁਤ ਅੱਛੇ ਬੱਚੇ ਹੋ ਮਾਂ। ਮੈਂ ਆਪਣੀ ਮੰਮਾ ਨਾਲ ਪੂਰੇ 22 ਦਿਨ ਰਹੀ ਹਸਪੀਟਲ ਦੇ ਵਿੱਚ। ਚਲੋ ਅਨਫੋਰਚੂਨੇਟਲੀ ਸ਼ੀ ਇਜ਼ ਨੋ ਮੋਰ ਨਾਊ। ਤੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਸਾਰੀਆਂ ਕੁੜੀਆਂ ਲਈ, ਜਦੋਂ ਅਸੀਂ ਐਕਟਿਵਾ ਤੇ ਜਾਂਦੇ ਆ ਨਾ ਰਸਤੇ ਦੇ ਵਿੱਚ ਕੋਈ ਬਜ਼ੁਰਗ ਜੈਂਟਸ ਜਾ ਰਹੇ ਨੇ, ਆਪਾਂ ਸੋਚਦੇ ਆ ਵੀ ਚੱਲ ਛੱਡ ਨਹੀਂ ਲਿਫਟ ਨਹੀਂ ਦੇਣੀ, ਪਰ ਨਹੀਂ ਲਿਫਟ ਦੋ। ਮੇਰੇ ਨਾਲ ਤਾਂ ਕਈ ਵਾਰ ਹੋਇਆ ਕਿ ਬਜ਼ੁਰਗ ਜਦੋਂ ਮੈਂ ਰੋਕੀ ਨਾ ਵੀ ਆ ਜਾਓ ਅੰਕਲ ਜੀ, ਉਹ ਕਹਿੰਦੇ ਉਹ ਪਹਿਲਾਂ ਦੇਖਦੇ ਨਹੀਂ ਬੇਟਾ ਤੁਸੀਂ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ, ਅਸੀਂ ਆਪਣੇ ਪਾਪਾ ਨੂੰ ਤਾਂ ਬਿਠਾਉਂਦੇ ਆ, ਜੇ ਅਸੀਂ ਤੁਹਾਨੂੰ ਬਿਠਾ ਲਿਆ ਅਰੇ ਉਹ ਇੰਨਾ ਖੁਸ਼ ਹੁੰਦੇ ਨੇ, ਦੁਆਵਾਂ ਦਿੰਦੇ ਨੇ ਸਾਨੂੰ। ਤੇ ਮੈਂ ਕਹਿੰਦੀ ਆ ਵੀ ਏਦਾਂ ਦੀ ਦੁਆਵਾਂ ਲਵੋ ਔਰ ਸਾਰੀਆਂ ਬੇਟੀਆਂ ਅੱਛੀਆਂ ਬਣੋ। ਇੱਕ ਆਪਾਂ ਕਹਿੰਦੇ ਆ ਨਾ ਕਿ ਅਸੀਂ ਬਾਹਰ ਚਲ ਜਾਣਾ ਹੈ, ਇੱਥੇ ਕੋਈ ਸਕੋਪ ਨਹੀਂ ਆ। ਅਰੇ ਬਹੁਤ ਵਧੀਆ ਸਕੋਪ ਨੇ। ਕਿਉਂ? BA ਕਰ ਲਓ, BA ਤੋਂ ਬਾਅਦ ਆਪਾਂ ਕੀ ਬਣਨਾ? SPM ਬਣ ਜਾਓ, IPS ਬਣ ਜਾਓ, ਸਾਰਾ ਕੁਝ ਆਪਣੇ ਹੱਥ 'ਚ ਹੈ। ਇੱਕ ਵਧੀਆ ਇਨਸਾਨ ਬਣੋ, ਆਪਣੇ ਮਾਂ-ਬਾਪ ਦਾ ਮਾਣ ਉੱਚਾ ਕਰੋ, ਆਪਣੇ ਸਹੁਰਿਆਂ ਦਾ ਮਾਣ ਉੱਚਾ ਕਰੋ। ਮੈਂ ਤਾਂ ਬਸ ਇਹੀ ਚਾਹੂੰਗੀ ਕਿ ਸਾਰੀਆਂ ਬੱਚੀਆਂ ਬਹੁਤ ਪੜ੍ਹਨ ਲਿਖਣ ਤੇ ਉੱਚੀਆਂ ਬੁਲੰਦੀਆਂ ਤੇ ਪਹੁੰਚਣ। ਤੇ ਜਿਵੇਂ ਜੀ ਨੇ ਸਾਨੂੰ ਬੜੀ ਵੱਡੀ ਪਦਵੀ ਦਿੱਤੀ ਹੈ। ਬੱਚਿਓ ਮੇਰੀ ਗੱਲ ਬੜੀ ਧਿਆਨ ਨਾਲ ਸੁਣਿਓ, ਮੇਰਾ ਕੁਝ ਬੋਲਣ ਦਾ ਵਿਚਾਰ ਨਹੀਂ ਸੀ, ਪਰ ਇੱਕਦਮ ਮੇਰੇ ਦਿਮਾਗ 'ਚ ਆਇਆ ਕਿ ਇਹ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਕਿਸੇ ਵੀ ਇਸਤਰੀ ਦੇ ਨਾਮ ਦੇ ਪਿੱਛੇ ਕੌਰ ਨਹੀਂ ਸੀ ਲੱਗਦਾ, ਫਿਰ ਉਹਨਾਂ ਨੇ ਲਗਾਇਆ ਸੀ ਕੌਰ। ਕੌਰ ਦਾ ਮਤਲਬ ਹੈ ਰਾਜਕੁਮਾਰੀ। ਹੁਣ ਤੁਸੀਂ ਸਭ ਰਾਜਕੁਮਾਰੀ ਹੋ, ਪਰ ਤਰਾਸਦੀ ਇਹ ਹੋ ਗਈ ਹੈ ਕਿ ਹੁਣ ਆਪਾਂ ਆਪਣੇ ਨਾਂ ਦੇ ਪਿੱਛੇ ਕੌਰ ਲਗਾਉਣਾ ਭੁੱਲ ਗਏ ਨਾ। ਠੀਕ ਹੈ, ਇਹ ਸਾਡਾ ਅਧਿਕਾਰ ਹੈ, ਸਾਨੂੰ ਈਸ਼ਵਰ ਨੇ, ਸਾਨੂੰ ਗੋਬਿੰਦ ਸਿੰਘ ਸਾਹਿਬ ਜੀ ਨੇ ਅਧਿਕਾਰ ਦਿੱਤਾ ਹੈ। ਤੁਸੀਂ ਸਭ ਰਾਜਕੁਮਾਰੀ ਹੋ, तो शर्माओ ना। जे मैं इंद्रजीत पाल कौर हाँ तो मैं राजकुमारी हाँ, तो जे मैं खाली इंद्रजीत पाल हाँ तो आम स्त्री हाँ। स्त्री आम नहीं है, स्त्री थले तो ऊपर है, जी सानू गुरु गोबिंद सिंह साहब जी ने उच्ची पदवी दी है, तो वह ध्यान रखो। बच्चियों अपने अधिकार जम के हिमायत करो और अपने नाम देके और नाम के पीछे और जरूर लगाओ। इक्वैलिटी ਅਸੀਂ ਆਪ ਰੱਖਣੀ ਹੈ। ਅਸੀਂ ਆਪਣੇ ਇਹਨਾਂ ਸ਼ਬਦਾਂ ਦੇ ਵਿੱਚ ਜੰਨਤ, ਇਹਨਾਂ ਸ਼ਬਦਾਂ ਦੇ ਵਿੱਚ ਜੰਨਤ, ਬਿਨ ਪੂਜੇ ਇਹਨਾਂ ਤੋਂ ਸਭ ਮਿਲੇ, ਬਿਨ ਪੂਜੇ ਇਹਨਾਂ ਤੋਂ ਸਭ ਮਿਲੇ, ਇਹਨਾਂ ਕਰਕੇ ਜ਼ਿੰਦਗੀ ਵਿੱਚ ਰੰਗਤ, ਇਹਨਾਂ ਕਰਕੇ ਜ਼ਿੰਦਗੀ ਵਿੱਚ ਰੰਗਤ। ਮਾਸੀ ਦਾਦੀ ਮਾਮੀ ਚਾਚੀ, ਮਾਸੀ ਦਾਦੀ ਮਾਮੀ ਚਾਚੀ ਭੂਆ ਰਿਸ਼ਤਿਆਂ 'ਚ ਇਹ ਜੰਮਣ। ਜੇ ਇਹ ਨੱਚ ਮੇਰੀ ਮਾਂ ਨਾ ਦਿਸਦੀ, ਜੇ ਇਹ ਨੱਚ ਮੇਰੀ ਮਾਂ ਨਾ ਦਿਸਦੀ ਤਾਂ ਕੁਝ ਵੀ ਚੰਗੇ ਨਾ ਲੱਗਣ। ਜਦ ਮੈਂ ਕੋਈ ਕਵਿਤਾ ਪੀੜ ਦੀ ਲਿਖਦੀ, ਜਦ ਮੈਂ ਕੋਈ ਕਵਿਤਾ ਪੀੜ ਦੀ ਲਿਖਦੀ, ਮਾਂ ਮੇਰੀ ਕਵਿਤਾ ਨਾ ਪੜ੍ਹਦੀ, ਮਾਂ ਮੇਰੀ ਕਵਿਤਾ ਨਾ ਪੜ੍ਹਦੀ, ਪੜ੍ਹਦੀ ਇਸ ਅੰਦਰ ਅੱਖਰ। ਪੀੜ ਦੀ ਕਵਿਤਾ ਪੜ੍ਹ ਕੇ, ਪੀੜ ਦੀ ਕਵਿਤਾ ਪੜ੍ਹ ਕੇ ਅੱਖਾਂ ਭਰਦੀ ਅੰਦਰ, ਜਿਵੇਂ ਮੇਰੇ ਅੰਦਰ ਚੱਲ ਰਿਹਾ ਪੜ੍ਹ ਲਿਆ ਕੋਈ ਸਮੁੰਦਰ। ਬਾਕੀ ਮਾਰਨ ਤਾੜੀਆਂ ਵਾਵਾ ਬੜੀ ਹੀ ਦੱਸਣ, ਬਾਕੀ ਮਾਰਨ ਤਾੜੀਆਂ ਵਾਵਾ ਬੜੀ ਹੀ ਦੱਸਣ। ਮਾਂ ਮੇਰੀ ਮੇਰੀਆਂ ਅੱਖਾਂ ਦੇ, ਮਾਂ ਮੇਰੀ ਮੇਰੀਆਂ ਅੱਖਾਂ ਦੇ, ਜਿਵੇਂ ਲੱਭੇ ਕੋਈ ਸਮੁੰਦਰ। ਮਾਂ ਦੇ ਅੰਦਰ ਰੱਬ ਹੈ,
माँ दे अंदर रब है, माँ दे अंदर सब है। इंदु लुधियानवी की सिफत करे, इंदु लुधियानवी की सिफत करे, गुरुद्वारे मंदिर सब माँ दे अंदर, गुरुद्वारे मंदिर सब माँ दे अंदर। धन्यवाद। मेरी कविता है लाजिम लिखांगी मैं। उसने कीता सवाल, उसने कीता सवाल ते लाजिम लिखांगी मैं, आया कोई जवाब ते लाजिम लिखांगी मैं। जिंदगी दे सफर च, जिंदगी दे सफर च पैर जद भी चलनी होए, जद कलम सुखेगी तो लाजिम लिखांगी मैं। जब सब दुख भुल के मैं, जब सब दुख भुल के गई मैं हर हर्फ दे तले, जब सब दुख भुल गई मैं हर हर्फ दे तले, जब उठेगा कोई दर्द ता लाजिम लिखांगी मैं। किसनू कहाँ रहबर ते किसनू कहाँ खुदा, किसनू कहाँ रहबर ते किसनू कहाँ खुदा, दिल तो करांगी दुआ ते लाजिम लिखांगी मैं। हर कोई लापता है, हर कोई लापता पता है करके खुद नू भुल के, जब होवांगी कली ता लाजिम लिखांगी मैं। जब भी कली, जब भी कोई कली खिल के फुल होई, जब भी कोई कली खिल के फुल होई, होवेगी रुखसत ता लाजिम लिखांगी मैं। नीलू जब कुछ भी बोलन तो शोर होया, नीलू जब भी कोई बोलन ते शोर होया, जब होवांगी खामोश ता लाजिम लिखांगी मैं। वैसे मैं कविता सुनाउण नहीं आई सी, सुनन आई सी, पता लग्या सी गौरव दिवस मनाया जा रहा, पर फिर भी 2-4 गल्लां ਜਿਹੜੀਆਂ ਅਸੀਂ ਖੁੱਲ੍ਹਣਾ ਤਾਂ ਚਾਹੁੰਦੇ ਹਾਂ, ਅਸੀਂ ਉੱਡਣਾ ਤਾਂ ਚਾਹੁੰਦੇ ਹਾਂ, ਪਰ ਕਿੱਥੋਂ ਤੱਕ ਅਸੀਂ ਖੁੱਲ੍ਹ ਚਾਹੁੰਦੇ ਹਾਂ, ਪਰ ਕਿੰਨੀ, ਹੈ ਨਾ। ਅਸੀਂ ਹੱਕਾਂ ਦੀ ਗੱਲ ਕਰਦੇ ਹਾਂ, ਪਰ ਕਿਹੜੇ ਹੱਕ, ਕਿੱਥੋਂ ਤੱਕ, ਉਹਨਾਂ ਦਾ ਉਹਦੀ ਸੀਮਾ ਕੀ ਆ, ਇਹ ਗੱਲ ਹਰ ਵਾਰੀ ਰਹਿ ਜਾਂਦੀ ਹੈ। ਮੇਰੇ ਨਾਲ ਐਵੇਂ ਹੋਇਆ ਸੀ ਕਿ BA ਫਾਈਨਲ ਦੇ ਪੇਪਰ ਹੋ ਰਹੇ ਸੀ, ਮੇਰੇ ਨਾਲ ਕਾਲਜ ਪੜ੍ਹਦੀ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ, ਤਾਂ ਮੈਨੂੰ ਅੱਗੋਂ ਪੜ੍ਹਨ ਤੋਂ ਰੋਕ ਕੇ ਮੇਰਾ ਸ਼ਰੀਰ ਵਿਆਹ ਕਰ ਦਿੱਤਾ ਜਾਵੇ ਕਿ ਇਹ ਗਲਤ ਕਦਮ ਨਾ ਚੁੱਕੋ। ਤਾਂ ਇੱਕ ਕੁੜੀ ਜੇ ਗਲਤ ਕਦਮ ਚੁੱਕਦੀ ਹੈ ਤਾਂ 100 ਕੁੜੀਆਂ ਦੇ ਰਾਹ ਬੰਦ ਕਰ ਦਿੰਦੀ ਹੈ। ਖੁੱਲ੍ਹਣ ਨੂੰ ਮਾਣੋ, ਪਰ ਉਹਨਾਂ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਦਾ, ਆਪਣੇ ਘਰ ਦੀ ਇੱਜ਼ਤ ਦੀ ਪਰਵਾਹ ਕਰੋ। ਅਸੀਂ ਖੁੱਲ੍ਹ ਮੰਨਣ ਦਾ ਮਤਲਬ ਕਰੈਕਟਰਲੈਸ ਹੋਣਾ ਨਹੀਂ ਹੁੰਦਾ, ਆਪਣੀ ਮਨਮਰਜ਼ੀਆਂ ਕਰਨਾ ਨਹੀਂ ਹੁੰਦਾ। ਜਿੱਥੇ ਤੁਹਾਨੂੰ, ਜੇ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ 'ਚ ਤੁਸੀਂ ਆਪਣੇ ਮਾਂ-ਬਾਪ ਦਾ ਸਹਿਯੋਗ ਮੰਗੋ, ਉੱਥੇ ਮੰਗੋ। ਤੁਸੀਂ ਜੇ ਤੁਸੀਂ ਪੜ੍ਹ ਲਿਖ ਕੇ ਦੇ ਯੋਗ ਹੋ ਗਏ ਤਾਂ ਸ਼ਾਇਦ ਤੁਹਾਡੀ ਮਰਜ਼ੀ ਦੇ ਹਿਸਾਬ ਨਾਲ ਤੁਹਾਡਾ ਵਿਆਹ ਵੀ ਕਰ ਦੇਣਗੇ ਜਿੱਥੇ ਤੁਸੀਂ ਚਾਹੁੰਦੇ ਹੋ, ਪਰ ਪਹਿਲਾਂ ਸਹਿਯੋਗ ਹੋਵੋ। ਕੁਝ ਕੁ ਗੱਲਾਂ ਜੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜਾਂ ਜਿੰਨਾ ਖੁੱਲ੍ਹਣ ਦਾ ਭਾਵ ਪਤਾ ਹੋਣਾ ਚਾਹੀਦਾ। ਇੱਕ ਛੋਟੀ ਜਿਹੀ ਕਵਿਤਾ। ਤੂੰ ਪਿੰਜਰੇ ਦਾ ਬੂਹਾ ਖੁੱਲ੍ਹਾ ਰੱਖੀ, ਮੈਂ ਪਰਤ ਇੱਥੇ ਹੀ ਆਵਾਂਗੀ। ਤੂੰ ਪਿੰਜਰੇ ਦਾ ਬੂਹਾ ਖੁੱਲ੍ਹਾ ਰੱਖੀ, ਮੈਂ ਪਰਤ ਇੱਥੇ ਹੀ ਆਵਾਂਗੀ। ਬਸ ਜਰਾ ਰੱਬ ਨਾਲ ਮਾਣ ਲੈਣ ਦੇ ਖੁੱਲ੍ਹੀਆਂ ਹਵਾਵਾਂ ਦਾ। ਹੇ ਮੇਰੇ ਰਹਿਬਰ ਤੂੰ ਕਿਉਂ ਨਹੀਂ ਜਾਣਦਾ, ਹੇ ਮੇਰੇ ਰਹਿਬਰ ਤੂੰ ਕਿਉਂ ਨਹੀਂ ਜਾਣਦਾ। ਮੁੱਠੀ ਘੁੱਟਿਆਂ ਰੇਤ ਖਿਸਕ ਜਾਂਦੀ ਹੈ ਸਾਰੀ, ਤੇ ਹੱਥ ਕੁਝ ਨਹੀਂ ਰਹਿੰਦਾ। ਰੱਖ ਭਰੋਸਾ ਆਪਣੀ ਚੋਗ ਤੇ ਮੇਰੇ ਖੰਭਾਂ ਦੀ, ਸਾਰੇ ਬ੍ਰਹਿਮੰਡ ਦੀ ਥਾਂ ਤੇ ਮੈਂ ਪਾਉਣੀ ਨਹੀਂ। ਬਸ ਮੈਨੂੰ ਮੇਰੇ ਹਿੱਸੇ ਦਾ ਆਕਾਸ਼ ਤੱਕ ਲੈਣ ਦੇ ਜਰਾ। ਤੂੰ ਪਿੰਜਰੇ ਦਾ ਬੂਹਾ ਖੁੱਲ੍ਹਾ ਰੱਖੀ, ਮੈਂ ਪਰਤ ਇੱਥੇ ਹੀ ਆਵਾਂਗੀ, ਮੈਂ ਪਰਤ ਇੱਥੇ ਹੀ ਆਵਾਂਗੀ। ਸ਼ੁਕਰੀਆ। ਵਰਲਡ ਏਸ਼ੀਆ TV ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਮੀਤ ਸਿੰਘ ਦੀ ਰਿਪੋਰਟ।